सावन सरसी कामनी, चरण कमल स्यों प्यार। मन तन रता सच रंग, इको नाम आधार। बिखया रंग कूड़ाविया, दिसन सभे शार। हर अमृत बूंद सुहावनी, मिल साधु पीवन हार। वन तिन प्रभ संग मौलिया, समरथ पुरख अपार। हर मिलनै नो मन लोचदा, करम मिलावन हार। जिनी सखिए प्रभ पाया, हाँ तिन कै सद बलिहार। नानक हर जी मया कर, शब्द सवारन हार। सावन तिना सुहागनी, जिन राम नाम उर हार। सावन तिना सुहागनी, जिन राम नाम उर हार। वाहिगुरु जी का खालसा, वाहिगुरु जी की फतेह। जुगो जुगे अटल साहिब सतगुरां दी पावन पवित्र हजूरी विच जुड़ बैठे सत संगी जनों, आप जी वडभागे हो। अमृतमयी पावन गुरबाणी दे कीर्तन आप जी ने हुणे श्रवण कीते। अज साउण दा महीना है ते नाल ही अज दा ये जिहड़ा दिहाड़ा है, भाई तारू सिंह जी दा अज शहीदी दिन भी है। पहली गल कि रहमतां मेरे पातशाह जी ने सावन दे महीने दे अंदर कीतियां। दूसरा किवें भाई तारू सिंह जी की शहादत हुई, की कारण बने, ये सब कुछ विचारन का अज आपां यतन करना है। सतगुरु रहमत करन, बख्शिश करन। आप जी नूं बेनती कि अपनियां मनोवृत्तियां जो इकागर रखनियां, सतगुरां दे चरनां विच धरो ध्यान। दास नूं बख्शो असीस रूपी आग्या, करो गुरफतेह दी सांझ। वाहिगुरु जी का खालसा, वाहिगुरु जी की फतेह। जिस वेले अमृतमयी पावन गुरबाणी दे अंदर 12 माह पढ़ते हाँ, क्योंकि जिहड़ा शब्द आप जी ने हुणे श्रवण किया, ये शहीदां दे सरताज पंजवें पातशाह गुरु अर्जन देव मेरे सतगुरां दी मुबारक रसना तो उचारिया है। 12 माह बाणी का भाव है वो बाणी जिहदे अंदर मेरे पातशाह जी ने 12 महीनों का जिक्र किया कि भाई सिख ने अपना जीवन जिहड़ा है वो इन्हां दे अनुसार किवें गुजारना है। बाणी दे अंदर मेरे पातशाह ने जिथे 12 माह का जिक्र किया, उत्थे दिन रात बाणी भी है।
ਉੱਥੇ ਪਹਿਰੇ ਬਾਣੀ ਵੀ ਹੈ, ਸਮਝਾਇਆ ਹੈ ਕਿ ਜੀਵਨ ਆਪਣਾ ਕਿਵੇਂ ਗੁਜ਼ਾਰਨਾ ਹੈ। ਅੱਜ ਮੇਰੇ ਪਾਤਸ਼ਾਹ ਜੀ ਨੇ ਜਿਹੜਾ ਜ਼ਿਕਰ ਕੀਤਾ, ਜਿਹੜੀਆਂ ਰਹਿਮਤਾਂ ਕੀਤੀਆਂ, ਕਹਿੰਦੇ ਸਾਵਨ ਸਰਸੀ ਕਾਮਨੀ। ਇੱਕ ਗੱਲ ਯਾਦ ਰੱਖੀਏ ਕਿ ਪਿਛਲਾ ਜਿਹੜਾ ਮਹੀਨਾ ਬਤੀਤ ਹੋਇਆ ਏ, ਹਾੜ ਦਾ ਮਹੀਨਾ, ਉਸ ਮਹੀਨੇ ਦੀ ਸੰਪੂਰਨਤਾ ਤੇ ਮੇਰੇ ਬਾਬੇ ਨੇ ਬੋਲ ਕਹੇ ਸਨ, ਆਖਿਆ ਸੀ ਆਸਾੜ ਤਪੰਦਾ ਤਿਸ ਲੱਗੈ। ਹਾੜ ਦਾ ਜਿਹੜਾ ਮਹੀਨਾ ਹੈ ਨਾ, ਜਿਹੜਾ ਨਿਕਲ ਗਿਆ, ਜਿਹਦੀ ਕੱਲ ਸੰਪੂਰਨਤਾ ਹੋ ਗਈ, ਮੇਰੇ ਪਾਤਸ਼ਾਹ ਨੇ ਆਖਿਆ ਸੀ ਭਾਈ ਇਹ ਤਪਦਾ ਜ਼ਰੂਰ ਲੱਗਦਾ ਏ, ਤਪਾਉਂਦਾ ਜ਼ਰੂਰ ਏ, ਪਰ ਕਿਹਨਾਂ ਨੂੰ, ਕਿਉਂ ਇਹ ਤਪਦਾ ਲੱਗਦਾ ਹੈ। ਆਖਿਆ ਸੀ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿੰਨਾ ਪਾਸ। ਜਿਨ੍ਹਾਂ ਕੋਲ ਪਿਆਰਾ ਨਹੀਂ ਹੈ ਨਾ, ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੇ ਨਹੀਂ ਬਣੇ, ਕਿਉਂਕਿ ਇਹ ਗੱਲ ਜਾਣ ਲਈਏ, ਬਾਣੀ ਨੇ ਬਚਨ ਬੜੇ ਕਮਾਲ ਦੇ ਕਹੇ ਨੇ। ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ ਇਸ ਗਰਮੀ ਤੋਂ, ਇਸ ਤਪਸ਼ ਤੋਂ ਛੁਟਕਾਰਾ ਪਾਉਣ ਦਾ, ਅਸੀਂ ਯਤਨ ਕਰਦੇ ਵੀ ਹਾਂ ਕਿ ਜਿਹੜੀ ਤਪਸ਼ ਹੈ, ਜਿਹੜੀ ਗਰਮੀ ਹੈ, ਇਸ ਗਰਮੀ ਤੋਂ ਛੁਟਕਾਰਾ ਮਿਲ ਜਾਏ। ਪਤਾ ਸਤਿਗੁਰਾਂ ਨੇ ਕੀ ਆਖਿਆ? ਕਹਿੰਦੇ ਲੋਕਾਂ ਨੇ ਕਹਿ ਦਿੱਤਾ ਕਿ ਚੰਦਨ ਬੜਾ ਠੰਡਾ ਹੈ, ਚੰਦਨ ਬੜਾ ਸ਼ੀਤਲ ਹੈ। ਵੈਸੇ ਹੈ ਵੀ ਚੰਦਨ ਸ਼ੀਤਲ ਹੀ ਹੈ, ਠੰਡਾ ਹੈ। ਕਹਿੰਦੇ ਕਿਸੇ ਨੇ ਕਹਿ ਦਿੱਤਾ ਕਿ ਚੰਦ ਬੜਾ ਸ਼ੀਤਲ ਹੈ, ਚੰਦਰਮਾ ਠੰਡਾ ਹੈ, ਚੰਦ ਵੀ। ਕਿਸੇ ਨੇ ਕਹਿ ਦਿੱਤਾ ਨਹੀਂ ਭਾਈ, ਨਾ ਚੰਦਨ ਸ਼ੀਤਲ ਏ, ਨਾ ਉਹਨਾਂ ਚੰਦ ਸ਼ੀਤਲ ਏ, ਅਸਲ ਵਿੱਚ ਸਰਦੀ ਦੀ ਰੁੱਤ ਬੜੀ ਸ਼ੀਤਲ ਏ। ਕਿਸੇ ਨੇ ਇਹ ਕਹਿ ਦਿੱਤਾ, ਪਰ ਮੇਰੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਬਚਨ ਕਹੇ, ਕਹਿੰਦੇ ਨਹੀਂ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਆਹ ਇਹ ਗੱਲ। ਅਸਾੜ ਦਾ ਜਿਹੜਾ ਮਹੀਨਾ ਸੀ ਨਾ, ਹਾੜ ਦਾ ਮਹੀਨਾ, ਤਪਦਾ ਹੈ, ਸੱਚਾਈ ਹੈ। ਮੇਰੇ ਪਾਤਸ਼ਾਹ ਨੇ ਆਖਿਆ ਕਿ ਹਾਂ ਅਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ, ਜਿਹਦਾ ਮਨ ਉਸ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਕਰ ਗਿਆ, ਜਾਂ ਜਿਹਦੇ ਮਨ ਦੇ ਅੰਦਰ ਪਰਮਾਤਮਾ ਦੇ ਚਰਨ ਨਿਵਾਸ ਕਰ ਗਏ। ਜਪੰਦੜੋ ਹਰ ਨਾਮ। ਹੁਣ ਹਾੜ ਦਾ ਮਹੀਨਾ ਦੀ ਤਪਸ਼ ਤੇ ਪਰਮਾਤਮਾ ਦੀ ਬੰਦਗੀ ਨੇ ਦੂਰ ਕਰ ਦਿੱਤੀ। ਸਾਉਣ ਦਾ ਮਹੀਨਾ ਆ ਗਿਆ, ਗਰਮੀ ਤੋਂ ਰਾਹਤ, ਗਰਮੀ ਤੋਂ ਛੁਟਕਾਰਾ ਮਿਲਣਾ ਸ਼ੁਰੂ ਹੋਇਆ, ਝੜੀ ਲੱਗਣੀ ਸ਼ੁਰੂ ਹੋ ਗਈ, ਕਿਨਮਿਨ ਸ਼ੁਰੂ ਹੋ ਗਈ। ਤੇ ਗੁਰਦੇਵ ਪਾਤਸ਼ਾਹ, ਮੇਰੇ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਸਾਉਣ ਦੇ ਮਹੀਨੇ ਦੇ ਅੰਦਰ ਸਰਸੀ ਕਾਮਨੀ। ਕਾਮਨੀ ਦਾ ਭਾਵ ਹੈ ਜੀਵ ਇਸਤਰੀ। ਹੁਣ ਜੀਵ ਇਸਤਰੀ ਕੀ ਹੈ? ਕਈ ਵਾਰ ਮਨ ਦੇ ਅੰਦਰ ਇਹ ਵਿਚਾਰ ਆਉਂਦੇ ਨੇ, ਜਾਂ ਅਸੀਂ ਸਮਝ ਲੈਂਦੇ ਹਾਂ ਕਿ ਜਦੋਂ ਜੀਵ ਇਸਤਰੀ ਦੀ ਗੱਲ ਆਈ ਤੇ ਭਾਵ ਹੈ ਔਰਤ ਦੇ ਬਾਰੇ ਜਾਂ ਇਸਤਰੀ ਦੇ ਬਾਰੇ ਗੱਲ ਕੀਤੀ ਗਈ। ਨਹੀਂ, ਬਾਣੀ ਨੇ ਆਖਿਆ ਇਸ ਜਗ ਮਹਿ ਪੁਰਖ ਏਕ ਹੈ। ਇਸ ਜਗਤ ਦੇ ਅੰਦਰ, ਕਾਇਨਾਤ ਦੇ ਅੰਦਰ ਇੱਕੋ ਇੱਕ ਮਰਦ ਹੈ, ਪੁਰਖ ਏਕ ਹੈ, ਇੱਕੋ ਇੱਕ ਮਰਦ ਹੈ, ਉਹ ਹੈ ਵਾਹਿਗੁਰੂ। ਬਾਕੀ ਅਸੀਂ ਸਾਰੇ ਉਸ ਪਰਮਾਤਮਾ ਦੀਆਂ ਜੀਵ ਇਸਤਰੀਆਂ, ਤੁਸੀਂ ਵੀ ਅਸੀਂ ਵੀ। ਮਰਦ ਸਿਰਫ ਇੱਕੋ ਇਸ ਸੰਸਾਰ ਦੇ ਅੰਦਰ। ਤੇ ਜਦੋਂ ਜੀਵ ਇਸਤਰੀ ਦੀ ਗੱਲ ਆਈ, ਫਿਰ ਉਹਦੇ ਅੰਦਰ ਅਸੀਂ ਸਾਰੇ ਹਾਂ। ਪਾਤਸ਼ਾਹ ਨੇ ਆਖਿਆ ਸਾਵਨ ਸਰਸੀ ਕਾਮਨੀ, ਚਰਨ ਕਮਲ ਸਿਓ ਪਿਆਰ। ਜਿਹਦਾ ਪਿਆਰ ਉਸ ਪਰਮਾਤਮਾ ਦੇ ਚਰਨ ਕਮਲਾਂ ਨਾਲ ਪੈ ਗਿਆ। ਮੈਂ ਤਾਂ ਪਿਛਲੀ ਪੰਕਤੀ ਨਾਲ ਲੈ ਕੇ ਚੱਲਿਆ ਸੀ। ਉੱਥੇ ਮੇਰੇ ਪਾਤਸ਼ਾਹ ਨੇ ਬਚਨ ਕਹੇ ਸਨ ਕਿ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਜਿਸ ਮਨ ਹਰ ਚਰਨ ਨਿਵਾਸ। ਅੱਜ ਬਾਬੇ ਨੇ ਬੋਲ ਕੇ ਆਖਿਆ ਚਰਨ ਕਮਲ ਸਿਓ ਪਿਆਰ। ਜਿਹਦਾ
उस वाहिगुरु परमात्मा के चरण कमलों के नाल प्यार पै गया तो सच जानियो साउन के महीने के अंदर वो जीव इस्तरी रस नाल भरी गई, रहमतां नाल भरी गई। ਉਹਦੇ अंदर परमात्मा दियां ਇੰਨੀਆਂ को बख्शिशां, ਇੰਨੀਆਂ को वडियाइयां आ गईयां ਜਿਹੜੀਆਂ कदे खत्म ही नहीं हो सकदियां। पर एक गल समझियो, इत्थे ਜਿਹੜੇ वचन कहे गए ने ना, हाँ सावन सरसी कामनी है पर शर्त है चरण कमल स्यों प्यार। उस परमात्मा दे चरण कमलों नाल प्यार बने तां, उस तो बिना नहीं। असी की चाहुंदे हाँ कि रहमतां मिल जाण, बख्शिशां मिल जाण, वडियाइयां मिल जाण, सब कुछ मिले, पर चरण कमलों नाल प्यार ना पाउणा पवे। असी की चाहुंदे हाँ कि रब गुरु सानू सब कुछ देंदा रहे पर बदले विच सानू कुछ ना देना पवे। गल नहीं ना बनदी। चरण कमल स्यों प्यार जिहड़ा है ना, ये एग्जैम्पल बड़ी वड्डी है। बाबे ने बाणी विच बचन कहे ना, रे मन ऐसी हर स्यों प्रीत कर जैसी जल कमले, लहरी नाल पछाड़िया भी विकसै असगेह। एहो जी प्रीत कर जिवें जल दी कमल दी जल नाल है। कमल जिन्नियां मर्जी लहरां आउण, कदे कमल ने कहा है, वो तो हमेशा खिड़िया रहिंदा, खुश रहिंदा, उन्हें कदे कहा मैं तेरे तो पासे होना है। खुशियां आउण ते सानू रब चेते। वैसे एक गल होर भी है, जे ते धन दौलत आ गई ना, सुख सहूलतां मिल गईयां तो फिर मैं कमाईयां, जे दुख आ गए फिर कहने रब ने दिते। ये साडी हालत है। दुख आए तो असी कदे नहीं कहते कि भी मैं कमाए ने, सुख आ गए उदों मैं कमाए ने, फिर नहीं। तां आखिया प्रीत प्यार इहो जिहा बने जैसे जल कमले, जिवें जल ते कमल दा प्यार है। रे मन ऐसी हर स्यों प्रीत कर जैसी चकवी सूर। वेखो किन्नियां उदाहरणां पातशाह दे रहे हैं, किन्नियां उदाहरणां। असल में जो प्यार की गल आई ना, प्रेम की गल आई, वैसे तो आ रोज़ असी पढ़ते हाँ कि साच कहो, मैं तो भी हैरान कई बारी हुन्ना, असी रोज़ पढ़ते हैं ना ये बचन, साच कहो सुन लिहो सब है। ये कदे अर्थ समझियो कि गुरु गोबिंद सिंह मेरे पातशाह नूं भी कहना पिया, भलिओ मैं सच कह रहा, पता सी भी आने वाला समा किहो जिहा है। गुरु नूं कहना पै रहा है कि मैं सच कह रहा, तुहानूं साच कहो सुन लिहो सबै। ध्यान नाल सुन लो सारे कि जिन प्रेम कियो तिन ही रब पायो। परमात्मा बिना प्रेम तो, बिना प्यार तो मिलेगा ही नहीं। सावन सरसी कामनी चरण कमल स्यों प्यार। ये प्यार है कि चरण कमल स्यों प्यार की है। कदे मंसूर दा जीवन पढ़ के वेखियो। मंसूर जदों खुदा नाल एक मिक होया ना, तो इन्हें नारा दिता सी अनल हक। अनल हक का भाव है कि मैं ही खुदा हाँ। हुण इस्लाम इस गल नूं कदे मनण वास्ते तैयार नहीं होएगा। बाणी कह रही है, इस गल नूं समझियो, बाणी कह रही है कि जिन्हें जपिया वो एक मिक हो गया। ਉਹਦੇ ਵਿੱਚ ਤੇ ਵਾਹਿਗੁਰੂ ਵਿੱਚ परमात्मा ਅਸੀਂ ਕਹਿ ਦਿੰਦੇ ਨਾ, ਜਿੰਨੇ ਨਿਰਭਉ ਨੂੰ ਜਪਿਆ ਉਹ ਨਿਰਭਉ ਹੋ ਗਿਆ, ਜਿੰਨੇ ਨਿਰਵੈਰ ਨੂੰ ਜਪਿਆ ਉਹ ਨਿਰਵੈਰ ਹੋ ਗਿਆ। ਇੱਕ ਮਿਕ ਹੀ ਹੋ ਗਿਆ ਨਾ। ਉਹਦੇ ਵਿੱਚ ਤੇ परमात्मा ਵਿੱਚ ਕੋਈ ਫਰਕ ਨਹੀਂ, ਇਹਦੇ ਖੁਦਾ ਵਿੱਚ ਕੋਈ ਅੰਤਰ ਨਹੀਂ। ਅਨਲ ਹੱਕ ਦਾ ਇਹਨੇ ਨਾਰਾ ਦਿੱਤਾ, ਫੜ ਲਿਆ ਗਿਆ, ਕੈਦ ਕਰ ਲਿਆ, ਮੌਤ ਦੀ ਸਜ਼ਾ ਦਿੱਤੀ ਗਈ ਕਿ ਤੂੰ ਸ਼ਰਅ ਦੇ ਉਲਟ ਚੱਲ ਰਿਹਾ ਹੈ। ਇਹਨੂੰ ਕਹਿੰਦੇ कैद कर लिया गया। इतिहासकारां ने लिखिया, कहते उस समय ना मैं इसे विषय ते ही हाँ जिथों मैं शुरू किया है ना, चरण कमल स्यों प्यार, चरण कमलों नाल प्यार की है, इनू कहते कैद कर लिया गया। जदों ये कैद विच है ना, उस वेले एक फकीर इत्थे पहुंचया। उस फकीर दे मन दे अंदर ना सवाल सन कुछ। सुभाविक जी गल है, सवाल सारिਆਂ ਦੇ मन ਦੇ अंदर ਹੁੰਦੇ ਨੇ। ਇਹਦੇ मन ਵਿੱਚ सवाल ਸੀ कि दान ਦੀ हद की है। दान समझते दान करना, कि दान
ਕਰਨ ਦੀ ਹੱਦ ਕੀ ਹੈ, ਤਿਆਗ ਦੀ ਹੱਦ ਕੀ ਹੈ ਤੇ ਪਿਆਰ ਦੀ ਪ੍ਰੇਮ ਦੀ ਹੱਦ ਕੀ ਹੈ। ਇਹ ਫਕੀਰ ਬੜਿਆਂ ਕੋਲ ਗਿਆ, ਹਰ ਕਿਸੇ ਨੇ ਆਪਣੇ ਸ਼ਬਦ ਜਾਲ ਵਿੱਚ ਇਹਨੂੰ ਸਮਝਾਉਣ ਦਾ ਯਤਨ ਕੀਤਾ, ਪਰ ਪ੍ਰੈਕਟੀਕਲ ਕਿਸੇ ਨੇ ਨਹੀਂ ਦੱਸਿਆ। ਸ਼ਬਦਾਂ ਨਾਲ ਬੜਿਆਂ ਨੇ ਸਮਝਾਇਆ, ਪਰ ਮਨ ਨੂੰ ਤਸੱਲੀ ਨਾ ਹੋਈ, ਮਨ ਸੰਤੁਸ਼ਟ ਨਾ ਹੋਇਆ, ਤੇ ਕਿਸੇ ਨੇ ਕਹਿ ਦਿੱਤਾ ਜੇ ਤੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਨਾ ਦੇ ਸਕਦਾ, ਜਾਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਜੇ ਚਾਹੀਦਾ ਏ ਤੇ ਫਿਰ ਇੱਦਾਂ ਕਰ, ਮਨਸੂਰ ਕੋਲ ਚਲਾ ਜਾ, ਛੇਤੀ ਜਾ, ਉਹਨੂੰ ਸੂਲੀ 'ਤੇ ਲਟਕਾਉਣ ਲੱਗੇ ਨੇ, ਜਾ ਜਲਦੀ ਪਹੁੰਚ। ਪਹਿਲਾਂ ਤਾਂ ਬੜਾ ਹੈਰਾਨ ਕਿ ਜਿਹਨੂੰ ਸੂਲੀ 'ਤੇ ਲਟਕਾਉਣ ਲੱਗੇ ਨੇ ਉਹ ਮੇਰੇ ਸਵਾਲਾਂ ਦਾ ਜਵਾਬ ਕੀ ਦੇਵੇਗਾ, ਪਤਾ ਨਹੀਂ ਉਹਨੇ ਕਿਹੜਾ ਗੁਨਾਹ ਕੀਤਾ। ਖੈਰ ਚਲਾ ਗਿਆ, ਮਿੰਨਤਾਂ ਤਰਲੇ ਕੀਤੇ, ਮਨਸੂਰ ਨਾਲ ਮੁਲਾਕਾਤ ਹੋਈ, ਬੈਠਾ ਜਾ ਕੇ ਤੇ ਮਨਸੂਰ ਨੂੰ ਕਹਿੰਦਾ ਮੇਰੇ ਕੁਝ ਸਵਾਲ ਹਨ। ਉਹ ਕਹਿੰਦਾ ਦੱਸ ਭਾਈ, ਜੇ ਮੈਨੂੰ ਪਤਾ ਹੋਇਆ ਤੇ ਜਵਾਬ ਦੇਵਾਂਗਾ। ਇਹਨੇ ਪਹਿਲਾ ਸਵਾਲ ਕੀਤਾ, ਕਹਿੰਦਾ ਮੈਂ ਜਾਣਨਾ ਚਾਹੁੰਦਾ ਕਿ ਦਾਨ ਦੀ ਹੱਦ ਕੀ ਹੈ। ਮਨਸੂਰ ਨੇ ਬੋਲ ਕੇ ਕਹਿੰਦੇ ਗੱਲਾਂ ਬਾਤਾਂ ਨਾਲ ਜਾਣਨਾ ਚਾਹੁੰਦਾ ਹੈ ਕਿ ਤਜਰਬੇ ਨਾਲ ਜਾਣਨਾ ਚਾਹੁੰਦਾ ਹੈ, ਪ੍ਰੈਕਟੀਕਲ ਨਾਲ। ਇਹਨੇ ਹੱਥ ਜੋੜ ਕੇ ਆਖਿਆ ਖੁਦਾ ਦਿਆ ਪਿਆਰਿਆ, ਗੱਲਾਂ ਬਾਤਾਂ ਨਾਲ ਤੇ ਬੜਿਆਂ ਕੋਲੋਂ ਸਮਝ ਲਿਆ, ਅੱਜ ਅਸਲੀਅਤ ਵਿੱਚ ਤੇਰੇ ਕੋਲੋਂ ਜਾਣਨ ਆਇਆ, ਮੈਨੂੰ ਅਸਲੀਅਤ ਵਿੱਚ ਦੱਸ ਹੋਇਆ ਕੀ। ਕਹਿੰਦੇ ਖੜ ਰੁਕ, ਮੈਂ ਤੈਨੂੰ ਦੱਸਦਾ ਦਾਨ ਦੀ ਹੱਦ ਕੀ ਹੈ। ਬਿਠਾ ਲਿਆ ਉੱਥੇ। ਮਨਸੂਰ ਅੰਦਰ ਚਲਾ ਗਿਆ, ਆਪਣੀ ਗੋਦੜੀ ਫਰੋਲਣ ਲੱਗਾ। ਉਸ ਗੋਦੜੀ ਦੇ ਅੰਦਰੋਂ ਸੁੱਕੀ ਰੋਟੀ ਨਿਕਲੀ, ਉਹ ਵੀ ਅੱਧੀ, ਪੂਰੀ ਨਹੀਂ ਅੱਧੀ। ਉਹ ਸੁੱਕੀ ਰੋਟੀ ਨੂੰ ਚੱਕਿਆ ਤੇ ਲਿਆ ਕੇ ਇਸ ਫਕੀਰ ਦੇ ਅੱਗੇ ਰੱਖ ਦਿੱਤੀ। ਕਹਿੰਦੇ ਫਕੀਰਾ, ਮੈਨੂੰ ਪਤਾ ਹੈ ਬੜੇ ਦਿਨਾਂ ਦਾ ਤੂੰ ਭੁੱਖਾ ਹੈ, ਤੈਨੂੰ ਕੁਝ ਨਹੀਂ ਮਿਲਿਆ, ਤੂੰ ਸਫ਼ਰ ਵਿੱਚ ਹੈ, ਪਹਿਲਾਂ ਆਹ ਰੋਟੀ ਖਾ, ਫਿਰ ਤੈਨੂੰ ਦੱਸਦਾ ਦਾਨ ਦੀ ਹੱਦ ਕੀ ਹੈ। ਕਹਿੰਦੇ ਇਹਨੇ ਰੋਟੀ ਫੜੀ, ਫਕੀਰ ਨੇ ਜ਼ੋਰ ਜ਼ੋਰ ਨਾਲ ਚਿੱਥ ਕੇ ਚਬਾ ਕੇ ਰੋਟੀ ਖਾ ਲਈ। ਖਾ ਕੇ ਕਹਿੰਦਾ ਹੁਣ ਦੱਸ ਦਾਨ ਦੀ ਹੱਦ। ਕਹਿੰਦਾ ਲੈ ਫਿਰ ਸਮਝ ਲੈ, ਆਹ ਹੈ ਦਾਨ ਦੀ ਹੱਦ ਕਿ ਮੈਂ ਬੜੇ ਦਿਨਾਂ ਦਾ ਭੁੱਖਾ, ਕੁਛ ਨਹੀਂ ਮੈਨੂੰ ਮਿਲਿਆ, ਨਾ ਰੋਟੀ ਨਾ ਪਾਣੀ, ਕੁਝ ਨਹੀਂ ਦੇ ਰਹੇ। ਇਹ ਕਹਿੰਦੇ ਜੇ ਇਹਨੂੰ ਸੂਲੀ 'ਤੇ ਚੜਾਉਣਾ ਹੈ ਤੇ ਇਹਨੂੰ ਰੋਟੀ ਖਵਾਉਣ ਦਾ ਕੀ ਫਾਇਦਾ। ਕੱਲ੍ਹ ਕੋਈ ਪਿਆਰ ਵਾਲਾ ਆਇਆ ਸੀ, ਲੁਕਦਾ ਛਿਪਦਾ, ਆਹ ਅੱਧੀ ਰੋਟੀ ਮੈਨੂੰ ਦੇ ਗਿਆ ਕਿ ਫਕੀਰਾ ਆਹ ਰੋਟੀ ਖਾ, ਆ ਇੰਨਾ ਪ੍ਰਸ਼ਾਦਾ ਛਕ ਲੈ, ਕੁਝ ਨਾ ਕੁਝ ਤੇ ਤਸੱਲੀ ਅੰਦਰ ਹੋਵੇ, ਸੰਤੁਸ਼ਟੀ ਹੋਵੇ। ਕਹਿੰਦਾ ਵੇਖ ਮੈਂ ਭੁੱਖਾ, ਤੂੰ ਵੀ ਭੁੱਖਾ, ਪਰ ਮੈਂ ਆਪਣੀ ਭੁੱਖ ਦੀ ਰੋਟੀ, ਆਪਣਾ ਸਭ ਕੁਝ ਕੱਢ ਕੇ ਤੇਰੇ ਅੱਗੇ ਰੱਖ ਦਿੱਤਾ, ਜਦ ਕਿ ਮੈਂ ਚਾਹੁੰਦਾ ਤੇ ਪਹਿਲਾਂ ਇਹਨੂੰ ਮੈਂ ਖਾ ਸਕਦਾ ਸੀ। ਇਹ ਦਾਨ ਦੀ ਹੱਦ ਹੈ ਜਦੋਂ ਕੋਈ ਭੁੱਖਾ ਰਹਿ ਕੇ ਦੂਜੇ ਨੂੰ ਰਜਾਉਂਦਾ ਹੈ। ਇੱਕ ਗੱਲ ਸਮਝ ਲਿਓ, ਸਿਰਫ ਇਹਨੂੰ ਅਸੀਂ ਮਨਸੂਰ ਤੱਕ ਸੀਮਤ ਨਹੀਂ ਰੱਖਣਾ। ਜਦੋਂ ਸਿੱਖ ਜੰਗਲਾਂ ਦੇ ਅੰਦਰ ਸਨ, ਅੱਜ ਜਿਹੜਾ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ ਨਾ, ਇਹ ਵੀ ਇਹਦੇ ਨਾਲ ਸੰਬੰਧ ਰੱਖਦਾ ਹੈ। ਸਿੱਖ ਜੰਗਲਾਂ ਵਿੱਚ ਨੇ, ਪ੍ਰਸ਼ਾਦਾ ਨਹੀਂ ਮਿਲ ਰਿਹਾ, ਰੋਟੀ ਨਹੀਂ ਮਿਲ ਰਹੀ, ਕੱਪੜੇ ਲੀੜੇ ਕੁਝ ਵੀ ਨਹੀਂ ਸਿੱਖਾਂ ਦੇ ਕੋਲ। ਘੋੜਿਆਂ ਦੀਆਂ ਕਾਠੀਆਂ ਨੂੰ ਸਿੱਖਾਂ ਨੇ ਆਪਣੇ ਘਰ ਬਣਾ ਲਿਆ। ਬੜੇ ਬੜੇ ਦਿਨ ਖਾਣ ਨੂੰ ਨਹੀਂ ਮਿਲਦਾ। ਕਹਿੰਦੇ ਜਿੱਦਣ ਪ੍ਰਸ਼ਾਦਾ ਮਿਲਦਾ ਹੈ ਨਾ ਸਿੱਖਾਂ ਨੂੰ ਛਕਣ ਲਈ, ਤੇ ਪ੍ਰਸ਼ਾਦਾ ਫੜ ਕੇ ਛਕਦੇ ਨਹੀਂ, ਪ੍ਰਸ਼ਾਦਾ ਫੜ ਕੇ ਉੱਚੀ ਆਵਾਜ਼ ਵਿੱਚ ਹੋਕਾ ਲਾਉਂਦੇ ਨੇ ਵੀ ਗੁਰੂ ਦਾ ਲੰਗਰ ਤਿਆਰ ਏ, ਤੇ ਜੇ ਕਿਸੇ ਲੋੜਵੰਦ ਨੇ ਛਕਣਾ ਹੈ ਤੇ ਆਓ ਪਹਿਲਾਂ ਲੋੜਵੰਦ ਛਕ ਲਏ। ਆਹ ਹੁੰਦੀ ਹੈ ਦਾਨ ਦੀ ਹੱਦ। ਜਿੱਥੇ ਆਪਣਾ ਢਿੱਡ ਤੇ ਭੁੱਖਾ ਏ, ਅਸੀਂ ਕੀ ਕਰਦੇ ਹਾਂ, ਅਸੀਂ ਆਪ ਰੱਜਾਂਗੇ ਪਹਿਲਾਂ। ਜੇ ਕੋਈ ਦੋ ਪ੍ਰਸ਼ਾਦੇ ਬਚ ਵੀ ਗਏ ਤੇ ਮੰਗਣ ਵਾਲੇ ਨੂੰ ਨਹੀਂ ਦਿੰਦੇ ਅਸੀਂ। ਸਿੱਖ ਵੇਖੋ ਆਵਾਜ਼ ਦਿੰਦੇ ਨੇ ਕਿ ਲੰਗਰ ਤਿਆਰ ਹੈ, ਜੇ ਕੋਈ ਛਕਣ ਆ ਗਿਆ ਨਾ, ਇਹ ਨਹੀਂ ਕਿ ਆਵਾਜ਼ਾਂ ਦੇਣ ਤੱਕ, ਜੇ ਕੋਈ ਲੋੜਵੰਦ ਆ ਗਿਆ ਤੇ ਪਹਿਲਾਂ ਉਹਨੂੰ ਛਕਾਉਣਾ, ਜੇ ਬਚ ਗਿਆ ਤੇ ਛਕ ਲੈਣਾ, ਨਹੀਂ ਤੇ ਹੱਥ ਜੋੜ ਕੇ ਕਹਿੰਦੇ ਸਨ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਅੱਜ ਅਸੀਂ ਕਿਸੇ ਦੇ ਕੰਮ ਆਏ। ਆਹ ਦਾਨ ਦੀ ਹੱਦ ਹੈ। ਬੜਾ ਇਹ ਹੈਰਾਨ ਹੋਇਆ ਫਕੀਰ ਸੁਣ ਕੇ। ਕਹਿੰਦਾ ਚੱਲ ਹੁਣ ਮੈਨੂੰ ਦੱਸ ਤਿਆਗ ਦੀ ਹੱਦ ਕੀ ਹੈ। ਮੈਂ ਸੰਖੇਪ ਵਿੱਚ ਬੇਨਤੀਆਂ ਕਰਾਂ। ਕਹਿੰਦੇ ਫਕੀਰ ਨੇ ਆਖਿਆ ਤਿਆਗ ਦੀ ਹੱਦ, ਤੇ ਮਨਸੂਰ ਕਹਿੰਦਾ ਲੈ ਰੁਕ, ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ। ਕਹਿੰਦੇ ਇੱਕ ਪਲ ਬਾਅਦ ਖੋਲ੍ਹ ਲਈ। ਇਹਨੇ ਅੱਖਾਂ ਬੰਦ ਕੀਤੀਆਂ ਤੇ ਜਦੋਂ ਖੋਲ੍ਹੀਆਂ ਨਾ, ਵੇਖਿਆ ਮਨਸੂਰ ਡਿੱਗਾ ਪਿਆ ਜ਼ਮੀਨ ਦੇ ਉੱਪਰ, ਪ੍ਰਾਣ ਪੰਖੇਰੂ ਉੱਡ ਚੁੱਕੇ ਨੇ, ਮਰ ਚੁੱਕਿਆ, ਮੌਤ ਆ ਗਈ। ਬੜਾ ਹੈਰਾਨ।
ਕਹਿੰਦਾ ਮੈਂ ਤੇ ਪੁੱਛਣ ਆਇਆ ਸਾਂ, ਇਹ ਨਾ ਹੋਵੇ ਡਰ ਗਿਆ ਫਕੀਰ, ਇਹਨੂੰ ਸੂਲੀ ਕੱਲ੍ਹ ਨੂੰ ਚੜਾਉਣਾ ਹੈ ਤੇ ਕਿਤੇ ਮੇਰਾ ਨਾਂ ਹੀ ਨਾ ਲੱਗ ਜੇ, ਮੈਂ ਇਹਨੂੰ ਆ ਕੇ ਮਾਰ ਦਿੱਤਾ, ਬੜਾ ਡਰ ਗਿਆ, ਹੈਰਾਨ ਇਹਨੂੰ ਕੀ ਹੋ ਗਿਆ, ਡਰਿਆ। ਉਸੇ ਵੇਲੇ ਕਹਿੰਦੇ ਮਨਸੂਰ ਉੱਠ ਕੇ ਬੈਠ ਗਿਆ। ਇਹਨੇ ਪੁੱਛਿਆ ਤੂੰ ਤੇ ਮਰ ਗਿਆ ਸੀ, ਮੌਤ ਆ ਗਈ, ਕਹਿੰਦਾ ਤੈਨੂੰ ਦੱਸਣਾ ਸੀ ਇਹ ਤਿਆਗ ਦੀ ਹੱਦ ਏ, ਮੈਨੂੰ ਪਤਾ ਹੈ ਮੈਂ ਆਪਣਾ ਸਰੀਰ ਤਿਆਗ ਸਕਦਾ, ਹੁਣੇ ਮੌਤ ਨੂੰ ਗਲੇ ਲਾ ਸਕਦਾ, ਪਰ ਮੈਂ ਆਪਣੀ ਮੌਤ ਨਾਲ ਲੋਕਾਂ ਨੂੰ ਵਿਖਾਉਣਾ ਹੈ ਕਿ ਜੇ ਮੈਂ ਅਨਲ ਹੱਕ ਦਾ ਆਵਾਜ਼ਾਂ ਦਿੱਤਾ ਹੈ ਨਾ, ਮੈਂ ਆਖਿਆ ਕਿ ਮੈਂ ਹੀ ਖੁਦਾ ਹਾਂ, ਇਹ ਆਵਾਜ਼ ਦਿੱਤੀ ਤੇ ਮੈਂ ਲੋਕਾਂ ਤੋਂ ਡਰ ਕੇ ਕਿਸੇ ਪਾਸੇ ਨਹੀਂ ਜਾਣਾ, ਉਹਨਾਂ ਦੇ ਸਾਹਮਣੇ ਸ਼ਹਾਦਤ ਨੂੰ ਗਲੇ ਲਾਉਣਾ ਹੈ। ਇਹ ਤਿਆਗ ਦੀ ਹੱਦ। ਤੀਜਾ ਸੀ ਪ੍ਰੇਮ ਦੀ ਹੱਦ ਕੀ ਹੈ, ਚਰਨ ਕਮਲ ਸਿਓ ਪਿਆਰ। ਕਹਿੰਦੇ ਤੈਨੂੰ, ਇਹਨੇ ਆਖਿਆ ਮੈਂ ਤੈਨੂੰ ਕੱਲ੍ਹ ਨੂੰ ਦੱਸਾਂਗਾ ਜਦੋਂ ਮੈਨੂੰ ਕਤਲ ਕਰਨਗੇ, ਉੱਥੇ ਆ ਜਾਈ। ਚਲੋ ਅਗਲਾ ਦਿਨ ਚੜ੍ਹਿਆ, ਉਹ ਫਕੀਰ ਵੀ ਪਹੁੰਚ ਗਿਆ। ਜ਼ਿਆਦਾਤਰ ਵਿਦਵਾਨ ਕਹਿੰਦੇ ਨੇ ਇਹਨੂੰ ਸੂਲੀ ਟੰਗਿਆ ਗਿਆ ਸੀ, ਮਨਸੂਰ ਨੂੰ ਸੂਲੀ ਚੜ੍ਹਾਇਆ ਗਿਆ ਸੀ। ਕੁਝ ਵਿਦਵਾਨ ਕਹਿੰਦੇ ਨੇ ਸੂਲੀ ਚੜ੍ਹਾਉਣ ਤੋਂ ਬਾਅਦ ਇਹਦੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ ਗਏ ਸਨ। ਕਹਿੰਦੇ ਜਦੋਂ ਸਰੀਰ ਦੇ ਟੁਕੜੇ ਕੀਤੇ, ਹਰ ਟੁਕੜੇ ਦੇ ਵਿੱਚੋਂ ਅਨਲ ਹੱਕ ਦੀ ਆਵਾਜ਼ ਆ ਰਹੀ ਸੀ, ਹਰ ਟੁਕੜੇ 'ਚੋਂ। ਕਹਿੰਦੇ ਉਹਨੇ ਕੁਹਾੜੀ ਮਾਰੀ, ਜਲਾਦ ਨੇ, ਇੱਕ ਸਰੀਰ ਦਾ ਟੁਕੜਾ ਉੱਡਿਆ ਤੇ ਫਕੀਰ ਦੇ ਕੋਲ ਜਾ ਕੇ ਡਿੱਗ ਪਿਆ। ਫਕੀਰ ਦੇ ਕੋਲ ਉਹਦੇ ਵਿੱਚੋਂ ਆਵਾਜ਼ ਆਈ ਅਨਲ ਹੱਕ, ਤੇ ਫਿਰ ਆਵਾਜ਼ ਆਈ ਸੀ ਐ ਸਾਈਂ ਦਿਆ ਪਿਆਰਿਆ, ਲੈ ਸਮਝ ਲੈ ਫਿਰ ਪਿਆਰ ਦੀ ਹੱਦ ਕੀ ਏ। ਸਿਰ ਤੇ ਕੁਹਾੜਾ ਹੈ, ਮੈਂ ਸਿੱਖ ਇਤਿਹਾਸ ਨਾਲ ਲੈ ਕੇ ਚੱਲ ਰਿਹਾ, ਸਿਰ ਤੇ ਕੁਹਾੜਾ, ਸਿਰ ਤੇ ਆਰਾ ਰੱਖ ਦਿੱਤਾ ਗਿਆ, ਬੰਦ ਕੱਟਣ ਲਈ ਤਿਆਰ। ਆਰਾ ਚੱਲਣਾ ਸ਼ੁਰੂ ਹੋਇਆ ਤੇ ਉਧਰੋਂ ਜਪਜੀ ਸਾਹਿਬ ਸ਼ੁਰੂ ਹੋ ਗਿਆ। ਪਿਆਰ ਦੀ ਹੱਦ ਕਿਹਨੂੰ ਕਹਿੰਦੇ ਨੇ? ਅਸੀਂ ਮਨਸੂਰ ਦਾ ਤਾਂ ਮੈਂ ਉਦਾਹਰਨ ਲੈ ਕੇ ਨਾਲ ਚੱਲਿਆ, ਪਿਆਰ ਦੀ ਹੱਦ ਕੀ ਹੈ? ਇੱਥੇ ਪਤਾ ਹੈ ਕਿ ਦੇਗ ਦੇ ਅੰਦਰ ਉਬਾਲ ਕੇ ਮੈਨੂੰ ਕਤਲ ਕੀਤਾ ਜਾਣਾ ਹੈ, ਪਰ ਡਰ ਨਹੀਂ ਮਨ ਦੇ ਅੰਦਰ। ਪਿਆਰ ਦੀ ਹੱਦ ਹੈ ਕਿ ਮੈਂ ਆਪਣੇ ਮੁਰਸ਼ਿਦ ਦੇ ਸਾਹਮਣੇ ਮੁਰਸ਼ਿਦ ਨੂੰ ਪ੍ਰਵਾਨ ਹੋ ਜਾਣਾ ਹੈ। ਅੱਜ ਪਿਆਰ ਦੀ ਹੱਦ, ਪਿਆਰ ਦੀ ਹੱਦ ਕਿਹਨੂੰ ਕਹਿੰਦੇ ਨੇ? ਚਰਨ ਕਮਲ ਸਿਓ ਪਿਆਰ ਹੈ ਕੀ? ਇੱਕ ਦਿਨ ਭਾਈ ਤਾਰੂ ਸਿੰਘ ਨਾ, ਕਿਉਂਕਿ ਨੌਜਵਾਨ ਸਨ, ਆਪਣੀ ਮਾਂ ਨੂੰ ਪੁੱਛਿਆ, ਕਹਿੰਦੇ ਮਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਦੋਂ ਕੋਈ ਆਪਣੇ ਵਾਲ ਕਟਵਾ ਲੈਂਦਾ ਹੈ ਤੇ ਉਹਨੂੰ ਕੇਸ ਕਤਲ ਕਰਨੇ ਕਿਉਂ ਕਹਿੰਦੇ ਆ? ਅਸੀਂ ਕਹਿੰਦੇ ਨਾ ਕੇਸ ਕਤਲ ਕਰਨੇ, ਕਟਵਾਉਣਾ ਤੇ ਕਤਲ ਕਰਨੇ 'ਚ ਬੜਾ ਫਰਕ ਹੈ। ਤੁਸੀਂ ਕੇਸਾਂ ਨੂੰ ਕਤਲ ਕਰਨਾ ਕਿਉਂ ਕਹਿੰਦੇ ਹੋ? ਤੇ ਭਾਈ ਤਾਰੂ ਸਿੰਘ ਦੀ ਮਾਂ ਨੇ ਜਵਾਬ ਦਿੱਤਾ ਸੀ, ਪੁੱਤਰ ਸਾਡੀ ਜਿੰਦ ਹੈ ਸਿੱਖੀ, ਸਾਡੀ ਜਾਨ ਹੈ ਸਿੱਖੀ, ਸਿੱਖੀ ਤੋਂ ਬਿਨਾਂ ਅਸੀਂ ਮੁਰਦੇ ਹਾਂ ਤੇ ਸਾਡੇ ਕੇਸ ਕੱਟੇ ਨਹੀਂ, ਇਹ ਕਤਲ ਕੀਤੇ ਜਾਂਦੇ ਨੇ। ਤੇ ਕਤਲ ਦਾ ਭਾਵ ਹੈ ਅੱਜ ਤੋਂ ਬਾਅਦ ਅਸੀਂ ਸਿੱਖੀ ਵਿੱਚੋਂ ਮਰ ਗਏ ਹਾਂ, ਜਿਸੇ ਕੇਸ ਕਤਲ ਕਰਵਾ ਲਏ, ਕਟਵਾ ਲਏ ਜਿਹਨੂੰ ਅਸੀਂ ਕਹਿੰਦੇ। ਤੇ ਆ ਜਿਹੜਾ ਬਚਨ ਪੜ੍ਹਦੇ ਆ ਨਾ ਅਰਦਾਸ ਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ, ਨਾਲ ਬੋਲੋ ਮੇਰੇ, ਧਰਮ ਹੇਤ ਬੰਦ ਆ ਪਿਆਰ ਦੀ ਹੱਦ ਹੈ ਨਾ ਸਾਰੀ। ਧਰਮ ਹੇਤ ਸੀਸ ਦਿੱਤੇ, ਧਰਮ ਵਾਸਤੇ ਬੰਦ ਕਟਵਾਏ, ਖੋਪਰੀਆਂ ਚਰਖੜੀਆਂ ਤੇ ਆਰਿਆਂ ਨਾਲ, ਗੁਰਦੁਆਰਿਆਂ ਦੀ ਸੇਵਾ ਲਈ ਧਰਮ ਤੇ ਸਿੱਖੀ ਕੇਸਾਂ। ਆਹ ਗੱਲ ਜੇ ਇੱਥੇ ਸਿੱਖੀ ਨਿਭਦੀ ਹੀ ਕੇਸਾਂ ਤੇ ਸਵਾਸਾਂ ਨਾਲ, ਅਖੀਰਲੇ ਸਾਹ ਤੱਕ ਨਿਭਦੀ ਏ, ਪਰ ਨਿਭਦੀ ਕੇਸਾਂ ਦੀ ਬਦੌਲਤ ਹੈ। ਜਿਨ੍ਹਾਂ ਖੋਪਰੀਆਂ ਲੋਹਾਈਆਂ ਆ ਗਿਆ ਨਾ ਵਿੱਚ ਜ਼ਿਕਰ ਭਾਈ ਸਾਹਿਬ ਦਾ, ਅਸਲ ਵਿੱਚ ਅਸੀਂ ਸੋਚਦੇ ਹਾਂ ਵੀ ਸਿੱਖੀ ਵੀ ਰਵੇ ਤੇ ਪਤਿਤ ਹੋ ਜਾਈਏ ਤੇ ਕੋਈ ਗੱਲ ਨਹੀਂ ਹੈ। ਅਸੀਂ ਇਹ ਸੋਚਦੇ ਹਾਂ। ਅੱਜ ਦਾ ਜਿਹੜਾ ਫੈਸ਼ਨ ਹੈ ਨਾ, ਫੈਸ਼ਨ ਨਹੀਂ ਹੈ ਖੈਰ, ਹਰ ਇੱਕ ਦੇ ਅੰਦਰ ਇੱਕ ਦੌੜ ਹੈ। ਦੌੜ ਪਤਾ ਕੀ ਹੈ ਕਿ ਮੈਂ ਹੀ ਸੋਹਣਾ ਲੱਗਾ, ਬਾਕੀ ਕੋਈ ਨਾ ਲੱਗੇ। ਇੱਕ ਦੌੜ ਹੈ ਸਭ ਦੇ ਅੰਦਰ। ਅਸਲੀਅਤ ਹੈ ਆ ਫੇਅਰ ਐਂਡ ਲਵਲੀ ਨਾ ਆਪਣਾ ਨਾਮ ਬਦਲਣ ਲੱਗੀ ਹੁਣ। ਉਹ ਕਹਿੰਦੇ ਵੀ ਫੇਅਰ ਤਾਂ ਅੱਜ ਤੱਕ ਕੋਈ ਵੀ ਨਹੀਂ ਹੋਇਆ, ਇਹਦੇ ਨਾਲ ਨਹੀਂ ਹੋਇਆ। ਆਪਣਾ ਪ੍ਰੋਡਕਟ ਵੇਚ ਰਹੇ ਨੇ, ਕਿਉਂ? ਕਿਉਂਕਿ ਦੌੜ ਹੈ ਮੈਂ ਹੀ ਸੋਹਣਾ ਲੱਗਾ। ਇੱਕ ਦੌੜ ਹੈ ਸਭ ਦੇ ਅੰਦਰ। ਉਹ ਕਰਦੀ ਕੁਛ ਵੀ ਨਹੀਂ, ਪਰ ਮੇਰੇ ਖਿਆਲ ਇੰਡੀਆ ਦੇ ਅੰਦਰ ਸਭ ਤੋਂ ਵੱਧ ਵਿਕਣ ਵਾਲੀ ਪ੍ਰੋਡਕਟ ਉਹ ਹੀ ਹੈ, ਸਭ ਤੋਂ ਵੱਧ ਵਿਕਣ ਵਾਲੀ। ਅਸਰ ਉਹਦਾ ਜ਼ੀਰੋ ਹੈ, ਕਦੇ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਦੌੜ ਹੈ ਇੱਕ।
ਸਿੱਖੀ ਕੇਸਾਂ ਤੋਂ ਬਿਨਾਂ ਨਹੀਂ ਨਿਭੇਗੀ, ਕਦੇ ਵੀ ਨਹੀਂ ਨਿਭੇਗੀ। ਇਹ ਵਹਿਮ ਆਪਣੇ ਮਨ ਦੇ ਅੰਦਰੋਂ ਬਾਹਰ ਕੱਢ ਦਈਏ। ਗੁਰੂ ਦਾ ਸਿੱਖ ਇੱਕ ਦਿਨ ਜੰਗਲ ਦੇ ਅੰਦਰ ਗਿਆ, ਵੇਖਿਆ ਇੱਕ ਸਿੱਖ ਮਿਲ ਗਿਆ, ਘੋੜੇ 'ਤੇ ਚੜ੍ਹਿਆ, ਕੱਪੜੇ ਵੀ ਪਾਟੇ, ਚੋਲਾ ਪਾਟਾ, ਇੱਥੋਂ ਤੱਕ ਵੀ ਹਾਲਾਤ ਸਨ ਸਿੱਖਾਂ ਦੇ ਕਛਹਿਰੇ ਵੀ ਫਟੇ ਹੁੰਦੇ ਸਨ। ਘੋੜਿਆਂ 'ਤੇ ਕਾਠੀਆਂ ਨੇ, ਕਾਠੀਆਂ 'ਤੇ ਘਰ ਟਿਕਾਣੇ, ਬਸ ਘੋੜਿਆਂ 'ਤੇ ਹੀ ਸੌਂ ਜਾਣਾ, ਪਤਾ ਨਹੀਂ ਕਦੋਂ ਹਮਲਾ ਹੋ ਜਾਏਗਾ। ਉਹ ਦਿਨ ਨੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਨੇ। ਮੇਰੀ ਬੇਨਤੀ ਵੱਲ ਧਿਆਨ ਦਿਆ ਜੇ, ਖਾਸ ਕਰਕੇ ਸਾਰੇ ਹੁਣ। ਸਿੱਖ ਦੇ ਸਿਰ ਦਾ ਮੁੱਲ ਪੈ ਗਿਆ ਇੱਕ ਮੋਹਰ, ਇੱਕ ਸੋਨੇ ਦੀ ਮੋਹਰ ਮਿਲੇਗੀ, ਇੱਕ ਸਿੱਖ ਦਾ ਸਿਰ ਵੱਢ ਕੇ ਲਿਆਓ। ਅੱਜ ਸਾਡੇ ਤੇ ਤਾਂ ਕੋਈ ਭੀੜ ਨਹੀਂ ਨਾ, ਕੋਈ ਡਰ ਨਹੀਂ ਨਾ ਸਾਨੂੰ, ਹੈ ਕੋਈ ਡਰ? ਕੋਈ ਡਰ ਨਹੀਂ ਹੈ ਸਾਨੂੰ। ਸਿੱਖ ਨੂੰ, ਸਿੱਖ ਦੇ ਸਿਰ ਦੀ ਕੀਮਤ ਪੈ ਗਈ ਇੱਕ ਮੋਹਰ, ਤੇ ਸਿੱਖ ਫਿਰ ਵੀ ਕੇਸ ਕਤਲ ਕਰਾਉਣ ਦੇ ਵਾਸਤੇ ਤਿਆਰ ਨਹੀਂ ਹੋਈ, ਸਿਰ ਕਟਵਾਉਣ ਵਾਸਤੇ ਤਿਆਰ ਹੋ ਗਏ ਨਾ। ਸਿੱਖਾਂ ਦੇ ਸਿਰ ਕਤਲ ਕੀਤੇ ਗਏ ਨਾ। ਦਿੱਲੀ ਦੇ, ਲਾਹੌਰ ਦੇ ਦਰਵਾਜ਼ਿਆਂ 'ਤੇ ਸਿੱਖਾਂ ਦੇ ਸਿਰ ਵੱਢ ਵੱਢ ਕੇ ਕੇਸਾਂ ਨਾਲ ਲਮਕਾਏ ਗਏ। ਅਸੀਂ ਫਿਰ ਵੀ ਪਰਵਾਹ ਨਹੀਂ ਕੀਤੀ, ਕਦੇ ਨਹੀਂ ਕੀਤੀ ਪਰਵਾਹ ਸੀ। ਅੱਜ ਸੋਹਣੇ ਲੱਗਣ ਦੀ ਦੌੜ ਸਾਨੂੰ ਕੇਸ ਕਤਲ ਕਰਵਾਉਣ ਵੱਲ ਲੈ ਕੇ ਜਾ ਰਹੀ ਹੈ। ਅਸੀਂ ਸਿੱਖ ਨਹੀਂ ਹਾਂ, ਬਿਲਕੁਲ ਸਿੱਧੀ ਗੱਲ ਹੈ। ਭਾਈ ਤਾਰੂ ਸਿੰਘ ਨੇ ਵੇਖਿਆ, ਮਾਂ ਕੋਲ ਗਿਆ, ਮਾਂ ਮੈਂ ਸਿੱਖਾਂ ਦੀ ਆਹ ਹਾਲਤ ਵੇਖੀ ਏ ਤੇ ਮੈਂ ਚਾਹੁੰਦਾ ਆਪਾਂ ਸਿੱਖਾਂ ਦੀ ਸੇਵਾ ਕਰੀਏ, ਲੰਗਰ ਨਾਲ, ਲੀੜੇ ਕੱਪੜੇ ਨਾਲ, ਜਿਵੇਂ ਹੋ ਸਕਦੀ ਏ। ਮਾਂ ਵੀ ਬੜੀ ਭਲੀ ਸੀ, ਬਾਪ ਨਹੀਂ ਸੀ ਇਹਨਾਂ ਦਾ, ਬਾਪ ਚੜ੍ਹਾਈ ਕਰ ਚੁੱਕਿਆ ਸੀ। ਭੈਣ ਤੇ ਦੋਵੇਂ ਭਰਾ ਨੇ। ਭਾਈ ਸਾਹਿਬ ਦਾ ਨਾਮ ਭਾਈ ਤਾਰੂ ਸਿੰਘ ਤੇ ਭੈਣ ਦਾ ਨਾਮ ਤਾਰੋ ਲਿਖਿਆ ਹੈ। ਇਤਿਹਾਸਕਾਰਾਂ ਨੇ ਤਾਰੋ ਲਿਖਿਆ ਹੈ ਨਾਮ। ਤਾਰੋ ਕੌਰ ਵੀ ਹੋ ਸਕਦਾ ਹੈ ਨਾਲ, ਜਿਸ ਤਰ੍ਹਾਂ ਵੀ ਤਾਰੋ ਸ਼ਬਦ ਜ਼ਿਆਦਾ ਆਉਂਦਾ ਹੈ। ਤਿੰਨੇ ਮਿਲ ਕੇ ਸੇਵਾ ਕਰਨ ਲੱਗ ਪਏ। ਪਿੰਡ ਨਾਲ ਲੱਗ ਪਿਆ। ਦਾਲ ਦੇ ਪਤੀਲੇ ਰੱਖੇ ਗਏ, ਪ੍ਰਸ਼ਾਦੇ ਬਣਨੇ ਸ਼ੁਰੂ ਹੋ ਗਏ। ਜੰਗਲ ਵਿੱਚ ਜਾਂਦੇ ਨੇ, ਵਰਤਾਉਂਦੇ ਨੇ, ਸਿੱਖਾਂ ਨੂੰ ਲੀੜਾ ਕੱਪੜਾ ਦਿੰਦੇ ਨੇ। ਸ਼ਿਕਾਇਤ ਲਾਹੌਰ ਦਰਬਾਰ ਚਲੀ ਗਈ, ਕੈਦ ਕਰ ਲਿਆ ਗਿਆ। ਭੈਣ ਨੂੰ ਵੀ ਲੈ ਕੇ ਚੱਲੇ ਸਨ। ਪਿੰਡ ਵਾਲਿਆਂ ਨੇ ਨਾ ਕਿਹਾ ਨਹੀਂ, ਇਹ ਸਾਡੀ ਭੈਣ ਹੈ, ਇਹ ਨਹੀਂ ਜਾਏਗੀ ਨਾਲ। ਭਾਈ ਤਾਰੂ ਸਿੰਘ ਨੂੰ ਲੈ ਗਏ। ਹੁਣ ਇਤਿਹਾਸ ਕਹਿੰਦਾ ਹੈ ਕਿ ਜ਼ਕਰੀਆ ਖਾਨ ਨੇ ਆਖਿਆ ਸੀ ਕਿ ਤੂੰ ਇਹ ਕਿਉਂ ਕਰਦਾ ਹੈ? ਆਖਿਆ ਮੈਂ ਕਰਾਂਗਾ। ਗੱਲਾਂ ਬਾਤਾਂ ਹੋਰ ਵੀ ਬੜੀਆਂ ਹੋਈਆਂ, ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ। ਇਹਨੇ ਆਖਿਆ ਸੀ, ਸਿੱਖਾ ਮੈਂ ਤੇਰੇ ਸਿਰ, ਤੇਰੇ ਕੇਸਾਂ ਵਿੱਚ ਜੁੱਤੀਆਂ ਮਾਰਾਂਗਾ। ਸੁਣਿਓ, ਸਿੱਖ ਕੀ ਹੈ ਤੇ ਸਿੱਖੀ ਕੀ ਹੈ। ਜ਼ਕਰੀਆ ਖਾਨ ਕਹਿੰਦਾ, ਸਿੱਖਾ ਆ ਜਿਹੜੇ ਕੇਸਾਂ ਦਾ ਮਾਣ, ਸਿੱਖੀ ਦਾ ਮਾਣ, ਤੇਰੇ ਸਿਰ ਵਿੱਚ, ਤੇਰੇ ਕੇਸਾਂ ਵਿੱਚ ਜੁੱਤੀ ਮਾਰਾਂਗਾ। ਤੇ ਗੁਰੂ ਦੇ ਸਿੱਖ ਨੇ ਬੋਲ ਕਹੇ ਸਨ, ਆਖਿਆ ਸੀ, ਜ਼ਕਰੀਆ ਖਾਨ ਆ ਜੁੱਤੀ ਦੇ ਨਾਲ ਅੱਗੇ ਲੈ ਕੇ ਮੈਂ ਤੈਨੂੰ ਇਸ ਸੰਸਾਰ ਤੋਂ ਲੈ ਕੇ ਜਾਵਾਂਗਾ। ਦੇਖੋ, ਕਹਿੰਦੇ ਭਾਈ ਸਾਹਿਬ ਦਾ ਖੋਪਰ ਲਾ ਦਿੱਤਾ ਗਿਆ। ਖੋਪਰ ਇੱਥੋਂ ਲਾਉਣਾ ਸ਼ੁਰੂ ਕਰਦੇ ਆ, ਕੰਨ ਵਿੱਚ ਨਾਲ ਹੁੰਦੇ ਆ, ਤੇ ਗਿੱਚੀ ਤੱਕ ਪੂਰਾ ਮਾਸ ਜਿਹੜਾ ਕੇਸਾਂ ਸਮੇਤ ਲਾ ਦਿੱਤਾ ਗਿਆ। ਇਹਨੂੰ ਖੋਪਰ ਲਾਉਣਾ ਕਹਿੰਦੇ ਆ। ਭਾਈ ਸਾਹਿਬ ਦਾ ਖੋਪਰ ਲਾਇਆ ਤੇ ਖੂਹ ਵਿੱਚ ਸੱਟ ਦਿੱਤਾ ਗਿਆ ਸੀ ਇਹਨਾਂ ਨੂੰ। ਉੱਥੇ ਕੁਝ ਰਾਮਗੜੀਏ ਸਿੱਖ ਸਨ ਜਿਹੜੇ, ਇਹ ਵੇਖੋ ਇਹ ਵਡਿਆਈ ਉਹਨਾਂ ਦੇ ਹੱਥ ਆਈ, ਜਿਨ੍ਹਾਂ ਖੂਹ 'ਚੋਂ ਬਾਹਰ ਕੱਢਿਆ, ਘਰ ਲੈ ਗਏ, ਲੇਪ ਲੂਪ ਕੀਤਾ, ਇਲਾਜ ਕੀਤਾ। ਕੁਝ ਦਿਨਾਂ ਬਾਅਦ ਹੋਸ਼ ਆਈ। ਕੁਝ ਦਿਨਾਂ ਬਾਅਦ ਹੋਸ਼ ਆਈ ਸੀ ਭਾਈ ਸਾਹਿਬ ਨੂੰ। ਕਾਫੀ ਦਿਨ ਬਾਅਦ, ਕਈ ਇਤਿਹਾਸਕਾਰਾਂ ਨੇ 21 ਦਿਨ ਲਿਖਿਆ, 21 ਦਿਨ ਬਾਅਦ ਇਹਨਾਂ ਆਪਣਾ ਸਰੀਰ ਤਿਆਗਿਆ। ਇੱਧਰ ਭਾਈ ਸਾਹਿਬ ਨੂੰ ਹੋਸ਼ ਆਈ, ਕਹਿੰਦੇ ਉਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਹਕੀਮ, ਬੜੇ ਵੈਦ, ਬੜਾ ਇਲਾਜ ਕਰਾਇਆ, ਕਿੱਥੇ ਹੁਣ ਮਰਦਾ ਜਾਵੇ। ਕਿਸੇ ਨੇ ਆਖਿਆ, ਜ਼ਕਰੀਆ ਖਾਨ ਚੇਤਾ ਕਰ ਤਾਰੂ ਸਿੰਘ ਨੇ ਕੀ ਕਿਹਾ ਸੀ। ਭਾਈ ਸ਼ਬੇਗ ਸਿੰਘ ਨੂੰ ਸੱਦਿਆ ਗਿਆ। ਭਾਈ ਸ਼ਾਹਬਾਜ਼ ਸਿੰਘ, ਸ਼ਬੇਗ ਸਿੰਘ ਸੁਣਿਆ ਜਿਨ੍ਹਾਂ ਨੂੰ ਚਰਖੜੀ 'ਤੇ ਚੜ੍ਹਾਇਆ ਗਿਆ ਸੀ, ਪਿਓ ਪੁੱਤਰ ਸਨ। ਭਾਈ ਸ਼ਬੇਗ ਸਿੰਘ ਨੂੰ ਸੱਦਿਆ ਗਿਆ। ਆਖਿਆ, ਜਾ ਤਾਰੂ ਸਿੰਘ ਕੋਲ ਕੋਈ ਮਿੰਨਤ ਕਰ, ਕੋਈ ਅਰਜ਼ੋਈ ਕਰ, ਜ਼ਕਰੀਆ ਖਾਨ ਦੀ ਜਾਨ ਬਚ ਜਾਏ। ਭਾਈ ਸ਼ਬੇਗ ਸਿੰਘ ਗਏ। ਆਖਿਆ, ਮੈਂ ਜ਼ਕਰੀਆ ਖਾਨ ਦਾ ਸੁਨੇਹਾ ਲੈ ਕੇ ਆਇਆ। ਤੇ ਭਾਈ ਤਾਰੂ ਸਿੰਘ ਨੇ ਆਖਿਆ ਕਿ ਨਹੀਂ, ਮੈਂ ਕੁਝ ਨਹੀਂ ਕਰ ਸਕਦਾ, ਪੰਥ ਕੋਲ ਜਾਓ। ਵੇਖੋ, ਪੰਥ ਕੋਲ ਜਾਓ। ਭਾਈ ਕਪੂਰ ਸਿੰਘ ਸਨ ਉਦੋਂ।
गए जंगल विच भाई कपूर सिंह नूं लभ्या, पंथ कोल गए, पंथ नूं आखिया कि आह गल है ते भाई तारू सिंह ने पंथ कोल तुहाडे कोल भेजिया है। ते पंथ ने पता की आखिया सी फिर, भाई तारू सिंह दे बोल ही सच होणगे। भाई तारू सिंह दी जुत्ती लैके जाओ ते जकरिया खान दे सिर विच मारोगे तो उहदा पेशाब दा बन खुलेगा। आए आके जकरिया खान नूं दस्सिया भी आह पंथ दा हुक्म है ते पंथ दे फैसले तो बाहर नहीं जाया जा सकता, नहीं जाया जा सकता बाहर। हुण मरदा की ना करदा, मरदी अक चबना ही पैंदा है। कहंदा ठीक है लियाओ जुत्ती, जुत्ती लिया के ना कपड़े विच लपेट के ते सिर विच हौली हौली मार रहा है, कोई असर ना होया। भाई शबेग सिंह ने आख्या कहंदे इदां नहीं, इनू कपड़े तो बाहर कढ के सिर च मार। जुत्ती सिर च मारदा है ते पेशाब आउंदा है, नहीं ते बंद लगा रहिंदा है उन्हें। जिवें जोर नाल जुत्ती सिर च वजदी है ना, जिन्ने जोर नाल उन्ना खुल के इनू पेशाब आउंदा है। वो जुत्तियां इहदे सिर विच इन्नियां कु वजियां, वो जुत्ती वज वज के जकरिया खान मर गया, मौत हो गई इहदी। गुरु दे सिख ने कहा सी ना, इन्हें आख्या सी तेरे सिर विच जुत्ती मारांगा केसां विच। गुरु दे सिख ने आख्या जकरिया खान इसे जुत्ती नाल अगे लैके जावांगा। मर गया जकरिया खान। अज किसी ने जाके दसिया भाई साहब जी जकरिया खान मर गया, नरकां नूं चला गया। तो भाई साहब ने आख्या हुण साडा समा भी आ गया। अपने सवास अपने प्राण भाई तारू सिंह ने भी अपनी मर्जी नाल त्यागे ने। किन्नियां रहमतां ने, वेखो ये प्यार है उहदे चरण कमलों दे नाल, किन्ना कु प्यार। खोपर लहाउणा ते मंजूर कर लिया, पर केस कतल करवाने मंजूर नहीं कीते। इनू कहंदे ने चरण कमल स्यों प्यार। अज दा साउण दा महीना, मैं एक बेनती करा 5-7 मिनट आप उपर जाना है, ये जरूरी है क्योंकि साउण दे महीने दी विचार भी नाल कंपलसरी है, इस तो बिना गल नहीं बनेगी। यह है चरण कमल नाल प्यार। सावन सरसी कामनी चरण कमल स्यों प्यार। इत्थे बंद बंद कटवाउणा मंजूर है चरण कमल स्यों प्यार, पर उहदे तो मूँह मोड़ना प्रवान नहीं। तुसीं इतिहास विचों, सिख इतिहास विचों एक भी एग्जैम्पल नहीं सानू मिलता जिथे कोई सिख मूँह मोड़ गया होवे कि मैनू जान मेरी बख्श दिओ। बस नहीं, इत्थे मौत नूं गले लाया सिखां ने। किसी ने नहीं आख्या मेरी जान बख्श दिओ, मेरी जिंद बख्श दिओ। चरण कमल स्यों प्यार की है। दमदमा साहब की धरती, कलगियां वाले पातशाह नूं कोई बंदूक दे गया, कहंदे जी निशाना बड़ा। बड़ी बार तुसीं साखी सुनी, डल्ले नूं कहंदे आ भी इधर बंदूक परखनी है। चरण कमल स्यों प्यार किनूं कहंदे? डल्ला कहंदा जी ये थोड़ी हुंदा, मैदाने जंग च सूरमे परखे जाते हैं, बंदूकां दे अगे थोड़ी पर एवें कोई जान थोड़ा देगा। बड़ा जोर लाया, कोई ना मन्निया। प्यो पुत्र दस्तार बन्नदे पए सन, अगे सीना चौड़ा करके खड़े हो गए। प्यो कहंदा मैं पहला ते पुत्र कहंदा मैं पहला। जान की परवाह नहीं, पर चरण कमल स्यों प्यार जरूर है। सावन सरसी कामनी, रहमतां उहदे ते हन जिहदा प्यार उस परमात्मा दे चरण कमलों नाल बन गया। फिर मेरे पातशाह ने बचन कहे। हाँ, एक एग्जैम्पल होर दवां। जिहड़ा साउण दा महीना है ना, मींह पैंदा इस महीने दे अंदर। साउण दे महीने विच मलार राग दे अंदर गुरु नानक साहब दे 2 सलोक हैं। मलार राग विच उन्हें आख्या कहंदे साउण दा महीना आ गया। 4 जणियां दियां उदाहरणां दित्तियां। पहले सलोक विच 4, दूजे सलोक विच भी 4 जणियां दियां। सच्चे पातशाह ने आख्या कि साउण दा महीना आया, मींह पिया ते 4 जन 4 जी जिहड़े ने वो बड़े खुश होए। चाह आ गया, खुशी आ गई उन्हां दे अंदर। नानक सावन जे वसै चौह ओमाहा होए। 4 ने जिहड़े खुश हो गए। नागा मिर्गा मच्छियां रसियां घर धन होए। नाग गर्मी बड़ी सी, तप रहे सन, ठंडियां फुहारां उत्ते पईयां। मिर्ग पानी नहीं कितों लभ रहा सी। जल कुंड जिहड़े जल नाल भर गए। मिर्ग हिरन भी खुश हो गए। मच्छियां तो खुश होणियां ही सन, पानी भरपूर आ गया। एक मेरे पातशाह ने चौथा आख्या रसियां घर धन होए। वो जिन्हां घर धन बड़ा है, जिहड़े बड़े रसां नूं प्यार करन वाले ने।
जिन्हां ने आख्या कि मीह पै गया अज पकौड़े कढ़ लो बह के खाने आ पता परवाह कोई नहीं, वो बड़े खुश ने। ये चार बड़े खुश ने। पर अगले श्लोक के अंदर गुरु नानक साहब ने आख्या कि नानक सावन जे वसै चौह विछोड़ा होए। चार वो ने जिन्होंने विछोड़ा पै गया, बड़े उदास हो गए, जिन्होंने पता है कि साउण का महीना साडे लई बड़ा दुखदाई होएगा। वो कौन कौन ने? गाई पुत्तां, गावां दे पुत्त बलद। पहले समय के अंदर हुण मीह पैना शुरू हुंदा सी ते किसान कहंदे सन बलद जोत लो बई, चलो हुण पट्ठे बीजीए, हुण फसल आपां बोणीए। हुण वो कहंदे बड़े औखे हुंदे सन, उन्होंने पता सी हुण पहलों वेले रहे, हुण जोर बड़ा लगना है। दूजा मेरे पातशाह ने आख्या निर्धन जिन्हां कोल धन नहीं है, उन्होंने पता है कि साउण का महीना काम धंधा भी बंद हो गया तो कित्थों खावांगे, की करांगे। गाई पुत्तां निर्धना। तीजा क्या? पंथी। पंथी रस्ते ते चलण वाला, पांधी। पहलों पैदल सफ़र करते सन तो साउण के महीने के अंदर मीह पै जाना तो रस्ते बंद हो जाने, चिक्कड़ ना भर जाने, पानी आ जाना हर पासे। तो चौथा है चाकर, चाकरी करने वाला। ये दुखी होंदे ने साउण के महीने में। दो श्लोक ने, नाम नानक सावन जे वसै चौह ओ माहा होए। नागा मिर्गा मच्छियाँ रसियाँ घर धन होए। दूजा श्लोक नानक सावन जे वसै चौह विछोड़ा होए। गाई पुत्तां निर्धना पंथी चाकर सोए। साउण का महीना किसी लई आनंद लैके आ रहा है, किसी लई तकलीफ भी लैके आ रहा है। वैसे साउण का महीना गुरु साहब ने आख्या हाड़ विच की होया, कलमल होई मेदनी अरदास करे लिवलाए। सच्चे सुनिया कन दे धीरक देवै सहज सुभाए। मेघै नो फरमान हुआ। कहते की होया? फरमान किया परमात्मा ने उन्हें फिर रहमत लाई, वुठा शैबर लाए, उन्हें शैबरां लातियां। धरती कलमल हुई मेदनी जड़ी सी उन्होंने ठंडी कर दिता उन्हें साउण के महीने में। मेरे पातशाह ने आख्या सावन सरसी कामनी चरण कमल स्यों प्यार। मन तन रता सच रंग। जिदा मन ते तन सच्चे नाम रंग विच रंगिया गया। इक्को नाम आधार। जिन्हें इक्को परमात्मा के नाम नू अपने जीवन का आधार बना लिया, आसरा बना लिया, वो सरसी कामनी है, कोई होर नहीं। फिर बादशाह ने आख्या बिखिया रंग कूड़ाविया दिसन सभे चार। जिहड़ा कच्चा रंग कसुंभ का वो है इत्थे। बिखिया रंग कूड़ाविया, विषय विकारां दे रंग जिहड़े ने ना वो झूठे हैं, वो स्वाद ही न्यायी हैं, खत्म होने वाले ने। स्वाह विचों की लभ लवांगे? स्वाह विचों कुछ मिलेगा? असीं कह देना स्वाह ही है भी, मतलब कुछ भी नहीं है। पातशाह ने आख्या कि जिहड़े विषय विकारां दे रंग वो स्वाद ही न्यायी ने, कुछ भी नहीं जे लभना विचों। दिसन सभे शार हर अमृत बूंद सुहावनी मिल साधु पीवन हार। परमात्मा के नाम की अमृतमई बूंद जिहड़ी वो सुहावनी है, बख्शिशां नाल भरी है, पर मिल साधु पीवन हार। गुरु दियां रहमतां दे नाल ही ये बूंद नाम की जिहड़ी वो पीती जा सकती है, गुरु तो बिना नहीं, उहदे तो बिना बख्शिशां नहीं मिलदियां। मिल साधु पीवन हार। वन तिन प्रभ संग मौलिया समर्थ पुरख अपार। वन तिन प्रभ संग मौलिया। साउण के महीने के अंदर जे बनस्पति सुक रही सी पहला, तो साउण के महीने में खिड़न लग पैंदी, हरियावल बहार आ जाती है। इस तरह जो नाम मिलता है ना, नाम तो सुकिया होया मन भी हरियावला होना शुरू हो जाता है। मन भी हरियावला होना शुरू होता है। पर जो उन्होंने अमृत बूंद सुहावनी मिलती है, तो बूंद की गल ही है ना। फिर मेरे बाबे ने बोल कहे हर मिलना नौ मन लोचदा कर्म। वैसे समर्थ पुरख अपार परमात्मा का जिक्र है। फिर आख्या हर मिलना नौ मन लोचदा कर्म मिलावन हार। मन लोचदा है परमात्मा नूं मिलन नूं, पर साडे कर्म जिहड़े ने, साडे काम जिहड़े ने ना, वो सानू परमात्मा नाल मिलाउंदे ने। मन सब दा, तुहाडा मन साडा करदा है ना रब सानू मिले, सब दा मन करदा है ना सानू रब मिले। मिलदा क्यों नहीं? असीं उहदी मनदे ही किन्नी को।
सिक्खी केसां नाल निभाई। मैं तां ही बेनती आरंभ विच कीती, मननी रब दी है नहीं, गुरु दी है नहीं, पर चाहुंदे आ कि रब मिल जाए। इदां नहीं गल बनेगी। जहर पीण नाल मौत ही आएगी, जहर कदे जिंदगी नहीं देंदी। अमृत जिंदगी देंदा है, अमृत मौत तो रहत करदा है। असीं जहर पी के सोचते हैं कि हुण कदे भी मरांगे नहीं, इदां नहीं। बाबे ने बचन कीते, हर मिलने नो मन लोचदा, मन लोचदा है पर कर्म मिलावन हार। बिन कर्मा किछ पाईया नाही, कुछ भी नहीं मिलेगा। तो फिर ये भी गल पातशाह पंजवें पातशाही कही दद्दा, दोष न देऊ किसै दोष कर्मा अपने जो मैं किया सो मैं पाया। हथ मेरे वाले जो मैं किया सो मैं पाया। जिन्हों बाणी ने आख्या ना ऐ कर करे सो ऐ कर पाए, जे हथ कुछ करता है तो इनू सजा मिलेगी। कर्म मिलावनहार, उस तो बिना मिलाप नहीं है। जिन्नी सखीए प्रभ पाया हाँ तिनकै सद बलिहार। पंजवें पातशाह कहते कि जिस सखी ने, जिस जीव इस्त्री ने परमात्मा नूं पा लिया, जिस जीव इस्त्री नूं परमात्मा मिल गया, हाँ तिनकै सद बलिहार। मैं उहदे तो सद बलिहार हाँ, कुरबान हाँ उहदे उपरों, वारने जाना मैं उहदे उपरों जिन्हें परमात्मा नूं पा लिया, जिन्हों परमात्मा पति मिल गया। नानक हर जी मया कर, हर जी मया कर, मया कर कृपा कर, रहमत कर, शब्द सवारनहार। तो जदों रहमत करदा उहदा शब्द जिहड़ा है ना वो सवारदा है साडा जीवन। मिलाप का तरीका परमात्मा का शब्द है। मिलाप परमात्मा के शब्द तो बिना नहीं है, शब्द सवारनहार। तो अखीर ते जिहड़े बचन मेरे पातशाह ने कहे ने ना, आखिया सावन तिना सुहागनी जिन राम नाम उरहार। सुहागणा कौन हन साउण दे महीने दे अंदर, जिन्हां ने अपने हिरदे दे अंदर उस परमात्मा दे, या जिन्हां ने गल विच असीं कह लईए परमात्मा दे नाम दा हार पा लिया, जिन्हां ने हिरदे दे अंदर उस परमात्मा दे नाम नूं टिका लिया ना सदा दे वास्ते, इत्थे वसा लिया, जिन्हां ने हिरदे घर दे अंदर उहनूं प्रगट कर लिया। तो सच है असल विच साउण दे महीने दे अंदर उही जीव इस्त्रियां सुहागणा हन। सुहागण ते दुहागण असीं समझदे हां। उही जीव इस्त्रियां सुहागणा हन जिन्हां साउण दे महीने दे अंदर उस परमात्मा नूं पा लिया, हिरदे दे अंदर वसा लिया, अमृत बूंद सुहावनी टिका लई इस मन दे अंदर। क्योंकि अज साउण दा महीना ते नाल भाई तारू सिंह जी दा अज शहीदी दिहाड़ा भी है। बस आ अरदास दा बंद आपां हमेशा याद रखीए कि जिन्हां ਸਿੰਘਾਂ ਸਿੰਘਣੀਆਂ ने धर्म हेत सीस दिते, सब कुछ होया ना, उन्होंने बंद बंद भी कटवा ले, चरखड़ियां ते भी चढ़ गए, आरियां नाल चीर के दो फाड़ कर दिते गए, देगां विच उबाल दिते गए। जिन्हां गुरुद्वारियां दी सेवा लई कुर्बानियां कीतियां, जिन्हां नूं जंड नाल पुट्ठे लमका के तेल पा के जिउंदियां नूं साड़ दिता गया, जिउंदियां नूं, पर उन्हां अपना धर्म कदे नहीं सी हारिया, कदे अपना धर्म नहीं सी उन्हां ने हारिया। असीं अपना धर्म हार रहे हैं, हार रहे असीं अपना धर्म। सच्चाई है उन्हां सिੱਖੀ नूं केसां नाल निभाया सी अखीरले साहां तक, केसां नाल सिੱਖੀ नूं निभाया अखीरले साह तक। असीं पहलां ही केस कतल करवा दिते। बस जिहड़ी दौड़ है ना उन्होंने बाहर कढ़ीए, किसी ने नहीं जी पुछना, किसी ने नहीं। ये दौड़ उदन खत्म हो जानी जिदन बजुर्ग हो गए ना, कोई नहीं जे पुछदा, वह अंदरों बाहर निकल जाते हैं सारे। असलीयत है। फिर सोचते हैं कि वो जिहड़ा दिन सन वो समय सन एवें अजाई गवा ले, फिर वो समा हाथ नहीं आता। सो सतगुरु रहमत करन, समा मेरा समाप्त है। इन्नियां को बेनतियां आप जी ने प्रवान कर लैनियां। गुरशबद इतिहास की विचार करदे बेअंत भुल्लां होईयां हन। सतगुरु सच्चे पातशाह ते आप सरबत संगत आप जी बख्शनहार हो। बेअंत भुल्लां दी खिमा करो। गुरफतेह दी सांझ। वाहिगुरु जी का खालसा, वाहिगुरु जी की फतेह। ते बेनती असी